Hello, good morning students. Rajay. Today date is 21st November. ਅੱਜ ਆਪਾਂ ਫਾਈਨੈਂਸ਼ੀਅਲ ਅਕਾਊਂਟਸ ਦਾ ਸੈਕਿੰਡ ਬੁੱਕ ਹੈ ਰਜੇ ਉਹਦਾ ਆਪਾਂ ਚੈਪਟਰ ਸਟਾਰਟ ਕੀਤਾ ਹੋਇਆ ਸੀਗਾ ਪਾਰਟਨਰਸ਼ਿਪ ਫਰਮ, ਠੀਕ ਹੈ, ਇੰਟਰੋਡਕਸ਼ਨ ਵਾਲਾ ਚੈਪਟਰ। ਤੇ ਉਹਦੇ ਵਿੱਚ ਆਪਾਂ ਪ੍ਰੋਫਿਟ ਐਂਡ ਲੋਸ ਐਪਰੋਪ੍ਰੀਏਸ਼ਨ ਅਕਾਊਂਟ ਕਿਸ ਤਰੀਕੇ ਨਾਲ ਬਣਾਉਂਦੇ ਹਾਂ ਪਿਛਲੀ ਵੀਡੀਓ 'ਚ ਕਰ ਚੁੱਕੇ ਸੀਗੇ। ਇਸ ਵੀਡੀਓ ਦੇ ਵਿੱਚ ਆਪਾਂ ਪੜ੍ਹਨਾ ਗਾ ਕਿ ਨੈਕਸਟ ਜਿਹੜਾ ਅਕਾਊਂਟਸ ਹੈ ਉਹ ਕਿਸ ਤਰੀਕੇ ਨਾਲ ਪਾਰਟਨਰਸ਼ਿਪ ਦੇ ਵਿੱਚ ਪ੍ਰਪੇਅਰ ਕੀਤੇ ਜਾਂਦੇ ਨੇ। ਤੇ ਆਪਾਂ ਇਹਦੇ ਵਿੱਚ ਮੈਥਡਸ ਕਰਨੇ ਆ ਅੱਜ। ਮੈਥਡਸ ਆਫ ਮੇਨਟੇਨਿੰਗ ਕੈਪੀਟਲ ਅਕਾਊਂਟਸ ਆਫ ਪਾਰਟਨਰਸ ਦੇ ਕੈਪੀਟਲ ਨੂੰ ਕਿਵੇਂ ਮੇਨਟੇਨ ਕੀਤਾ ਜਾਂਦਾ, ਉਹਦੇ ਮੈਥਡਸ ਦੋ ਨੇ ਰਾਜੇ। ਫਲਕਚੁਏਟਿੰਗ ਕੈਪੀਟਲ ਮੈਥਡ ਹੈ, ਇੱਕ ਫਿਕਸਡ ਕੈਪੀਟਲ ਮੈਥਡ ਹੈ। ਪਹਿਲਾਂ ਆਪਾਂ ਫਲਕਚੁਏਟਿੰਗ ਕੈਪੀਟਲ ਮੈਥਡ ਪੜਾਂਗੇ। ਫਲਕਚੁਏਟਿੰਗ ਦਾ ਮਤਲਬ ਹੁੰਦਾ ਵਧਣਾ ਜਾਂ ਘਟਣਾ ਕੈਪੀਟਲ ਦਾ, ਠੀਕ ਹੈ। ਜਦੋਂ ਕੈਪੀਟਲ ਕਦੀ ਵੱਧ ਹੋਏਗੀ ਕਦੀ ਘੱਟ ਹੋਗੀ ਤਾਂ ਉਸ ਮੈਥਡ ਦੇ ਵਿੱਚ ਆਪਾਂ ਫਲਕਚੁਏਟਿੰਗ ਕੈਪੀਟਲ ਮੈਥਡ ਜਿਹੜਾ ਅਡੋਪਟ ਕਰਦੇ ਆ। ਇਸ ਮੈਥਡ ਦੇ ਵਿੱਚ ਸਿਰਫ ਇੱਕ ਹੀ ਅਕਾਊਂਟ ਜਿਹੜਾ ਰਜੇ ਉਹ ਬਣਾਇਆ ਜਾਂਦਾ। ਕਿਹੜਾ ਅਕਾਊਂਟ ਬਣਾਇਆ ਜਾਂਦਾ ਜੀ? ਕੈਪੀਟਲ ਫਲਕਚੁਏਟਿੰਗ ਕੈਪੀਟਲ ਅਕਾਊਂਟ, ਠੀਕ ਹੈ ਰਾਜੇ। ਉਹ ਕਿਸ ਤਰੀਕੇ ਨਾਲ ਬਣਾਇਆ ਜਾਊਗਾ ਸਪੈਸੀਮਨ ਧਿਆਨ ਨਾਲ ਦੇਖੋ। ਉਵੇਂ ਡੈਬਿਟ ਸਾਈਡ ਹੋਏਗੀ, ਕ੍ਰੈਡਿਟ ਸਾਈਡ ਹੋਏਗੀ, ਪਰਟੀਕੂਲਰਸ ਅਮਾਊਂਟ। ਦੇਖੋ ਡੈਬਿਟ ਸਾਈਡ ਕੀ ਆਏਗਾ? ਜਿਹੜਾ ਤੁਹਾਡਾ ਬੈਲੈਂਸ ਹੋਏਗਾ, ਠੀਕ ਹੈ, ਕੈਪੀਟਲ ਦਾ, ਉਹ ਉੱਪਰ ਆ ਜਾਏਗਾ, ਠੀਕ ਹੈ, ਟੂ ਬੈਲੈਂਸ, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਦੇਖੋ ਡੈਬਿਟ ਸਾਈਡ ਸਾਰੀਆਂ ਡਰਾਇੰਗਸ ਆਉਣਗੀਆਂ, ਸਾਰੇ ਇੰਟਰਸਟ ਔਨ ਡਰਾਇੰਗਸ ਆਉਣਗੇ। ਕੋਈ ਲਾਸ ਹੋਇਆਗਾ ਉਹ ਇੱਧਰ ਆਏਗਾ। ਸਮਝ ਆਇਆ ਬੱਚੇ? ਡਰਾਇੰਗਸ, ਇੰਟਰਸਟ ਔਨ ਡਰਾਇੰਗਸ, ਕੋਈ ਲਾਸ ਹੋਇਆ। ਤੇ ਕ੍ਰੈਡਿਟ ਸਾਈਡ ਰਜੇ ਸਾਰੀਆਂ ਟ੍ਰਾਂਜੈਕਸ਼ਨਸ ਆਉਣਗੀਆਂ, ਜਿਵੇਂ ਕੋਈ ਕੈਪੀਟਲ ਐਕਸਟਰਾ ਵਿੱਚ ਐਡ ਕੀਤੀ ਹੈ, ਕੋਈ ਸੈਲਰੀ ਦਿੱਤੀ ਹੈ, ਕੋਈ ਫੀਸ, ਕੋਈ ਕਮਿਸ਼ਨ, ਕੋਈ ਬੋਨਸ, ਕੋਈ ਇੰਟਰਸਟ ਔਨ ਕੈਪੀਟਲ ਜਾਂ ਪ੍ਰੋਫਿਟ, ਠੀਕ ਹੈ। ਉਹ ਸਾਰੀਆਂ ਆਈਟਮਸ ਜਿਹੜੀਆਂ ਨੇ ਆਪਾਂ ਕ੍ਰੈਡਿਟ ਸਾਈਡ ਸ਼ੋਅ ਕਰਾਂਗੇ, ਦੋਨਾਂ ਨੂੰ ਕੰਪੇਅਰ ਕਰਾਂਗੇ, ਠੀਕ ਹੈ। ਬੈਲੈਂਸ ਦੇਖੋ ਜੇਕਰ ਇੱਧਰ ਡੈਬਿਟ ਸਾਈਡ ਘਟਿਆਗਾ, ਠੀਕ ਹੈ, ਤਾਂ ਆਪਾਂ ਨੂੰ ਲਾਇਬਿਲਿਟੀ ਸਾਈਡ ਅਪੀਅਰ ਕਰਾਂਗੇ ਬੈਲੈਂਸ ਸ਼ੀਟ ਦੀ। ਜੇਕਰ ਆਪਣਾ ਕ੍ਰੈਡਿਟ ਸਾਈਡ ਘਟਿਆਗਾ ਤਾਂ ਆਪਾਂ ਨੂੰ ਐਸਟ ਸਾਈਡ ਜਿਹੜਾ ਅਪੀਅਰ ਕਰਾਂਗੇ ਬੈਲੈਂਸ ਸ਼ੀਟ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਅਕਾਊਂਟ ਮੈਥਡ ਆਉਂਦਾ ਹੈ ਜੀ ਫਿਕਸਡ ਕੈਪੀਟਲ ਅਕਾਊਂਟ। ਫਿਕਸਡ ਕੈਪੀਟਲ ਮੈਥਡ ਦੇ ਵਿੱਚ ਦੋ ਅਕਾਊਂਟ ਪ੍ਰਪੇਅਰ ਹੁੰਦੇ ਨੇ, ਕੈਪੀਟਲ ਅਕਾਊਂਟ ਐਂਡ ਕਰੰਟ ਅਕਾਊਂਟ, ਠੀਕ ਹੈ ਜੀ। ਕੈਪੀਟਲ ਅਕਾਊਂਟ ਦੇ ਵਿੱਚ ਰਜੇ ਇਕੱਲੀ ਪਾਰਟਨਰਸ ਦੀ ਆਪਾਂ ਕੈਪੀਟਲ ਹੀ ਮੈਂਸ਼ਨ ਕਰਨੀ ਹੈ। ਦੇਖੋ ਪਾਰਟਨਰਸ ਕੈਪੀਟਲ ਅਕਾਊਂਟ ਦੇ ਵਿੱਚ ਦੇਖੋ ਟੂ ਕੈਸ਼ ਔਰ ਬੈਂਕ, ਜੇਕਰ ਕੋਈ ਕੈਪੀਟਲ ਵਿਦਡ੍ਰॉ ਕੀਤੀ ਹੈ, ਠੀਕ ਹੈ, ਓਪਨਿੰਗ ਤੇ ਕਲੋਜ਼ਿੰਗ ਬੈਲੈਂਸ ਆ ਜਾਏਗਾ, ਕੋਈ ਐਡੀਸ਼ਨਲ ਕੈਪੀਟਲ ਹੋਏਗੀ ਉਹ। ਯਾਨੀ ਕਿ ਪਾਰਟਨਰਸ ਕੈਪੀਟਲ ਦੇ ਵਿੱਚ ਆਪਾਂ ਇਕੱਲੀ ਪਾਰਟਨਰਸ ਦੀ ਕੈਪੀਟਲ ਨੂੰ ਹੀ ਬੇਸਿਕਲੀ ਮੈਂਸ਼ਨ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਸਪੈਸੀਮਨ ਹੈ ਕਰੰਟ ਅਕਾਊਂਟ ਦਾ, ਉਹਦੇ ਵਿੱਚ ਦੇਖੋ ਡੈਬਿਟ ਸਾਈਡ ਸਾਰਾ ਉਹੀ ਡੈਬਿਟ ਬੈਲੈਂਸ ਆ ਜਾਏਗਾ, ਠੀਕ ਹੈ। ਡਰਾਇੰਗਸ, ਇੰਟਰਸਟ ਔਨ ਡਰਾਇੰਗ ਤੇ ਲਾਸ ਜਿਵੇਂ ਪਹਿਲਾਂ ਆਪਾਂ ਕੀਤਾ ਗਾ। ਫਲਕਚੁਏਟਿੰਗ ਦੇ ਵਿੱਚ ਸੇਮ ਉਹੀ ਹੈ। ਸੈਲਰੀਜ਼, ਇੰਟਰਸਟ ਔਨ ਕੈਪੀਟਲ, ਫੀ, ਕਮਿਸ਼ਨ, ਬੋਨਸ। ਹੁਣ ਦੇਖੋ ਇਹਦੇ ਵਿੱਚ ਕੈਪੀਟਲ ਨਹੀਂ ਮੈਂਸ਼ਨ ਕਰਨੀ ਗਾ, ਉਹ ਕੈਪੀਟਲ ਆਪਾਂ ਉੱਧਰ ਮੈਂਸ਼ਨ ਕਰ ਚੁੱਕੇ ਹਾਂ, ਠੀਕ ਹੈ। ਪ੍ਰੋਫਿਟ। ਤੇ ਇਸ ਤਰੀਕੇ ਨਾਲ ਆਪਾਂ ਜਿਹੜੇ ਦੋ ਅਕਾਊਂਟਸ ਜਿਹੜੇ ਨੇ ਉਹ ਅਪੀਅਰ ਕਰਾਂਗੇ। ਡਿਫਰੈਂਸ ਰਜੇ ਤੁਸੀਂ ਖੁਦ ਆਪਣੇ ਆਪ ਕਰਨਾ ਗਾ। ਹੁਣ ਦੇਖੋ ਆਹ ਵਾਲਾ ਸਮ ਜਿਹੜਾ ਤੁਸੀਂ ਧਿਆਨ ਨਾਲ ਪੜ੍ਹੋ, ਇਲਸਟ੍ਰੇਸ਼ਨ 4 ਹੈਗੀ ਆ ਫਲਕਚੁਏਟਿੰਗ ਕੈਪੀਟਲ ਦੀ। ਕਹਿੰਦੇ ਸ਼ੋ ਹਾਊ ਦ ਫੋਲੋਇੰਗ ਵਿਲ ਬੀ ਰਿਕਾਰਡਡ ਇਨ ਦਾ ਕੈਪੀਟਲ ਅਕਾਊਂਟ ਆਫ ਦਾ ਪਾਰਟਨਰ ਸਰਵਨ ਐਂਡ ਮੱਥੂ ਵੈਨ ਦਾ ਕੈਪੀਟਲਸ ਆਰ ਫਲਕਚੁਏਟਿੰਗ। ਜੇਕਰ ਕੈਪੀਟਲ ਫਲਕਚੁਏਟ ਹੋ ਰਹੀ ਹੈ, ਦੋਨਾਂ ਦੇ ਜਿਹੜੇ ਤੁਸੀਂ ਅਕਾਊਂਟਸ ਆ ਕਿਸ ਤਰੀਕੇ ਨਾਲ ਮੇਨਟੇਨ ਕਰੋਗੇ। ਕੀ ਗਿਵਨ ਹੈ ਆਪਣੇ ਕੋਲ? ਦੇਖੋ ਸਵਰਨ ਦੇ ਦਿੱਤੇ ਹੋਏ ਨੇ, ਇਹ ਮੱਥੂ ਦਾ ਦਿੱਤਾ ਹੋਇਆ ਹੈਗਾ, ਠੀਕ ਹੈ। ਹੁਣ ਦੇਖੋ ਕੈਪੀਟਲ ਹੈ, ਓਪਨਿੰਗ ਕੈਪੀਟਲ ਦਿੱਤੀ ਹੋਈ ਹੈ ਜੀ ਇੱਕ 40,000 ਦੀ ਹੈ, ਮੁੱਥੂ ਨੇ 30,000 ਰੁਪਇਆ ਲਗਾਇਆ ਗਾ। ਡਰਾਇੰਗਸ ਜਿਹੜੀਆਂ ਨੇ ਉਹਨਾਂ ਦੀਆਂ ਇੱਕ ਦੀ 5,000 ਹੈ, ਇੱਕ ਦੀ 3,000 ਨੇ। ਇੰਟਰਸਟ ਔਨ ਕੈਪੀਟਲ 5% ਹੈ। ਡਰਾਇੰਗਸ ਦਾ ਇੰਟਰਸਟ ਇਹਦਾ 125 ਬਣ ਰਿਹਾ, ਇਹਦਾ 75 ਬਣ ਰਿਹਾ ਹੈਗਾ। ਪ੍ਰੋਫਿਟਸ ਦੇ ਵਿੱਚੋਂ ਸ਼ੇਅਰਸ ਜਿਹੜਾ ਆ ਉਹ 6,000 ਹੈ, 5,000 ਹੈ। ਪਾਰਟਨਰ ਦੀ ਸੈਲਰੀ ਇਕੱਲੇ ਇੱਕ ਨੂੰ ਹੀ ਮਿਲ ਰਹੀ ਹੈ 3,600। ਕਮਿਸ਼ਨ ਦੋਨਾਂ ਨੂੰ ਮਿਲ ਰਿਹਾ, ਇੱਕ ਨੂੰ 500 ਮਿਲ ਰਿਹਾ, ਇੱਕ ਨੂੰ 300 ਮਿਲ ਰਿਹਾ ਹੈਗਾ, ਠੀਕ ਹੈ। ਹੁਣ ਦੇਖੋ ਆਪਾਂ ਦੋਨੋਂ ਅਕਾਊਂਟਸ ਦੇਖੋ ਫਲਕਚੁਏਟਿੰਗ ਕੈਪੀਟਲ ਦਾ ਇੱਕੋ ਅਕਾਊਂਟ ਹੀ ਬਣੇਗਾ। ਦੇਖੋ ਇੱਥੇ ਸਵਰਨਸ ਕੈਪੀਟਲ ਅਕਾਊਂਟ ਆਏਗਾ, ਇੱਕ ਮੁੱਥੂਸ। ਪਹਿਲਾਂ ਸਵਰਨ ਦਾ ਬਣਾਉਂਦੇ ਆਪਾਂ। ਪਹਿਲਾਂ ਦੇਖੋ ਉਹਦੀ ਕੈਪੀਟਲ ਜਿਹੜੀ ਆ ਉਹ ਕਿੰਨੀ ਆ, ਠੀਕ ਹੈ। ਕੈਪੀਟਲ ਅਕਾਊਂਟ ਜਿਹੜਾ 40,000 ਰੁਪਇਆ ਲਗਾਇਆ ਤਾਂ ਆਪਾਂ ਉਹਨੂੰ ਕ੍ਰੈਡਿਟ ਸਾਈਡ ਸ਼ੋਅ ਕਰ ਦਾਂਗੇ ਬਾਏ ਬੈਲੈਂਸ BD 40,000 ਰੁਪਇਆ ਕੋ ਕੈਪੀਟਲ ਅਕਾਊਂਟ ਬਣਾ ਰਹੇ ਹਾਂ। ਓਪਨਿੰਗ ਬੈਲੈਂਸ ਲਿਖਤਾ ਆਪਾਂ। ਉਸ ਤੋਂ ਬਾਅਦ ਉਹਨੇ ਡਰਾਇੰਗਸ ਜਾਣ ਕੇ ਪੈਸੇ ਕਢਵਾਏ ਨੇ, ਆਪਾਂ ਡੈਬਿਟ 'ਚ ਆ ਜਾਏਗਾ ਟੂ ਡਰਾਇੰਗਸ 5,000। ਉਸ ਤੋਂ ਬਾਅਦ ਇੰਟਰਸਟ ਔਨ ਕੈਪੀਟਲ ਜਿਹੜਾ ਆ ਉਹ ਰਾਜੇ ਬਾਏ ਵਾਲੀ ਸਾਈਡ ਆ ਜਾਏਗਾ। ਹੁਣ ਦੇਖੋ 40,000 ਦੀ ਕੈਪੀਟਲ ਸੀ, ਉਹਦਾ 5% 2,000 ਬਣਿਆ। ਫਿਰ ਇੰਟਰਸਟ ਔਨ ਡਰਾਇੰਗਸ ਹੈਗਾ ਜੀ, ਉਹ ਆਪਾਂ ਡੈਬਿਟ 'ਚ ਸ਼ੋਅ ਕਰ ਦਾਂਗੇ, ਦਿੱਤੇ ਹੋਏ 125, ਠੀਕ ਹੈ। ਔਰ ਉਹਨਾਂ ਨੂੰ ਕੀ ਸ਼ੇਅਰ ਕਰ ਰਹੇ ਨੇ? ਉਹ ਪ੍ਰੋਫਿਟ ਸ਼ੇਅਰ ਕਰ ਰਿਹਾ। ਪ੍ਰੋਫਿਟ ਸ਼ੇਅਰ ਕਰ ਰਿਹਾ ਤਾਂ ਆਪਣਾ ਇੱਧਰ ਆ ਜਾਏਗਾ ਬਾਈ P&L ਅਕਾਊਂਟ। ਜੇ ਲਾਸ ਸ਼ੇਅਰ ਕਰ ਰਹੇ ਹੁੰਦੇ ਫਿਰ 2 'ਚ ਆਉਣਾ ਸੀ। ਹੁਣ ਬਾਈ P&L ਅਕਾਊਂਟ ਕਿੰਨਾ ਉਹਨਾਂ ਨੇ ਸ਼ੇਅਰ ਕੀਤਾ? 6,000 ਦਾ। ਉਸ ਤੋਂ ਸੈਲਰੀ ਜਿਹੜੀ ਆ ਉਹ ਇਕੱਲੇ ਇਹਨੂੰ ਹੀ ਮਿਲ ਰਹੀ ਹੈ ਤਾਂ ਆਪਾਂ ਉਹ ਲਿਖ ਲਾਂਗੇ। ਦੈਨ ਕਮਿਸ਼ਨ ਵੀ ਇਹਨੂੰ ਦਿੱਤਾ ਗਾ, ਉਹ ਵੀ ਕਮਿਸ਼ਨ ਵੀ ਲਿਖਤਾ। ਹੁਣ ਤੁਸੀਂ ਦੋਨਾਂ ਨੂੰ ਕੰਪੇਅਰ ਕੀਤਾ, ਤੁਹਾਡਾ ਬੈਲੈਂਸ ਡੈਬਿਟ ਸਾਈਡ ਘਟ ਰਿਹਾ ਗਾ, ਠੀਕ ਹੈ। ਇਹਦਾ ਕੰਪੇਅਰ ਕੀਤਾ, ਇਹਦਾ ਕੰਪੇਅਰ, ਜਿਹੜਾ ਬੈਲੈਂਸ ਘਟ ਰਿਹਾ ਉਹ ਟੂ ਬੈਲੈਂਸ
सी डी लिखता, ठीक है। कितना घट रहा है 46,975, ठीक है, ये आंसर आ गया। इसी तरीके नाल तुसीं मुथू का जिहड़ा हैगा वो अकाउंट अपीयर करना हैगा। देखो ये भी पहला उहदा ओपनिंग बैलेंस ले लिया, उहदा इंटरस्ट ऑन कैपिटल निकाल लिया, प्रॉफिट उन्हें भी शेयर किया सी, कमीशन उन्होंने सैलरी नहीं मिली सी तां करके उहदा वो लिखना नहीं। ड्राइंग्स जी आ गया, उहदी इंटरस्ट ऑन ड्राइंग्स आ गया, बैलेंस उहदा इधर घटिया, वो भी 33,725 रुपये, ठीक है राजी। इस तरीके नाल आपां जिहड़े अकाउंट्स आ वो प्रिपेयर करने ने। नैक्सट 6th इलस्ट्रेशन देखो राजे, ये आप P&L एप्रोप्रिएशन अकाउंट एंड फिक्सड कैपिटल के सम हैगा कहते A B C आर द पार्टनर शेयरिंग प्रॉफिट एंड लॉस इन दी प्रपोर्शन ऑफ देयर कैपिटल। जिस तरह की कैपिटल है उस प्रपोर्शन नाल ही वो प्रॉफिट एंड लॉस जो शेयर करेंगे। तो उन्होंने जी ड्राइंग्स जड़ियाँ ने एक जड़ियाँ A दियाँ 6,000 ने, B दे 5,000 ने, C दा 4,000 है, ठीक है। उन्होंने जोड़ा भी अपना प्रॉफिट शेयर किया। कोई भी ड्राइंग्स इन एक्सैस ऑफ दीज अमाउंट्स आर टू बी रिगार्डिड एज एडवांस टेकन फ्रॉम द फर्म। कोई जे मान लो इन्हों तो वध उन्हें कोई एडवांस मतलब कोई पेमेंट होर कढवांदा है फर्म तो उन्होंने एक तरह का लोन वजों ट्रीट किया जाएगा, ठीक है। तो इंटरस्ट रेट होएगा 6%। तो कैपिटल एट द बिगनिंग ऑफ द जो कैपिटल है वो तो इंटरस्ट है जी 5%, ठीक है जी। हुण कैपिटल्स जी उन्होंने किमें आ, ए ने 80,000 लगाएगा, बी ने 60,000 लगाएगा, तो सी ने 40,000 लगाएगा। तो करंट अकाउंट्स का जो क्रेडिट बैलेंस है इट इज़ गिवन 2304, बी का गिवन है 3728, 6C का गिवन है 1152। तो ड्राइंग्स जड़ियाँ ने उन्होंने एक 10,000 है, 12,000 है और सी का है 5,000। प्रॉफिट्स जोड़ा है वो है 30,096 रुपये बिफोर मेकिंग एनी एडजस्टमेंट, मतलब एडजस्टमेंट्स तो पहला का जो प्रॉफिट है वो गिवन है। ड्रॉप कैपिटल एंड करंट अकाउंट ऑफ द पार्टनर्स, ठीक है। तुसीं पहला कैपिटल अकाउंट अपीयर करना। देखो देखो पार्टनर्स कैपिटल अकाउंट देखो किवें बनाना गा। डेट पर्टिकुलर्स दिन पार्टनर्स ने, तीनों पार्टनर्स जिवें A B C आप डेबिट चो लिखता, सेम यही परफॉर्मा आप क्रेडिट साइड लिखांगे। तो इस मतलब अकाउंट कैपिटल्स दे विच आपां कल्ली कैपिटल ही मैंशन करनी क्योंकि आपां नूं कल्ली कैपिटल ही गिवन है। देखो बाय बैलेंस BD, A ने 80,000 लगाया, B ने 60,000 लगाया तो C ने 40,000 लगाया, टोटल करता एनी अमाउंट इधर घट रही सी वो बैलेंस कैरी डाउन। देखो 1 जनवरी नूं 31 दिसंबर नूं आपां नूं कैरी डाउन करता तो अगले मंथ दे विच वो फिर उही ब्रॉड डाउन हो जाता है। तुहानूं मैं दस्सिया होया लेजर्स दे वाला प्रोसैस। उस तो बाद रजे अपने कोल आना है नैक्सट, उस तो बाद जी आप बनाना है प्रॉफिट एंड लॉस मतलब एप्रोप्रिएशन अकाउंट। प्रॉफिट एंड लॉस एप्रोप्रिएशन अकाउंट के विच रजे सब तो पहला हम देखो उन्होंने की अपन गिवन किया 30,096 रुपये अपन प्रॉफिट्स गिवन है, ठीक है। तो आप बाय साइड लिख लेंगे बाय P&L अकाउंट, ठीक है जी। प्रॉफिट गिवन है जी 30,096 रुपये, ठीक है। और इंटरस्ट ऑन ड्राइंग्स देखो, इंटरस्ट ऑन ड्राइंग्स जोड़ा ये एडवांसिस भी लिखा होया है उन्होंने। देखो ए ने देखो 10,000 रुपया लिया गा, देखो ए ने, ठीक है। तो उपर उन्होंने कितनी लिमिट दी हुई सी 6,000 की, 10,000 चो 6,000 माइनस करके वह 6% 240। इस तरीके बी नूं 12,000 लिया गा पर वही लिमिट 5,000 की सी, वह 6% कटता माइनस करके, ठीक है। इसी तरह सी दी 5,000 सी, उन्हें 4,000 लिया तो वो कट के टोटल करके आ ले लिया गा। इस तो बाद हुण पहला आप कैपिटल तो इंटरस्ट लगावांगे A B C का, जिन्नी कैपिटल वह 5% निकाल के टोटल करता। उस तो बाद देखो जो नैट क्योंकि बाकी आ वाला तो कुछ नहीं करना है, बस रेस्ट अमाउंट का कल्ली इत्थे इंटरस्ट ऑन ड्राइंग्स ही पाना गा। जे आप जी एडवांसिस या लोन वगैरह की गल कही है वो आप इत्थे अजे मैंशन नहीं करना, आप करंट अकाउंट में मैंशन करते हैं। अच्छा उस तो बाद आंदा जी P&L ट्रांसफर सॉरी हुण दोनों को कंपेयर किया तो अपना बैलेंस इधर घट रहा सीगा, ठीक है। बैलेंस घट रहा अपना 21,816 रुपये। हुण जिहड़ा 21,816 रुपये घट रहा है रजे ये आप तीनों पार्टनर्स दे विच वंडना है कैपिटल रेशो दे विच। ते कैपिटल रेशो किवें निकालांगे आप, देखो अपने कोल सीगे 3 पार्टनर A B एंड C। ए दी कैपिटल सीगी जी 80,000 रुपया, ठीक है। B दी हैगी जी 60,000 रुपया, C दी सीगी जी 40,000 रुपया। कहने का भाव की है कि रेशो की बन रही है 8 रेशो, ठीक है, 2 ना डिवाइड किया 4:3:2, मतलब इस रेशो के विच तुसी प्रॉफिट नू डिवाइड करना गा। यानी कि टोटल देखो टोटल कर लो पहला 7 + 9, यानी कि ए दी रेशो बनेगी हिस्सा बनेगा 4/9, ठीक है। यदा बनेगा 3/9, सी का बनेगा 2/9। हुण जिन्ना प्रॉफिट सीगा देखो इन्ना घट रहा सीगा तो उन्होंने देखो 4/9 किया तो ए को प्रॉफिट चले जाए, बी का भी चला गया, इस तरीके सी का फाइंड कर लिया।
ਠੀਕ ਹੈ ਜੀ। ਇਹ ਤੁਹਾਡਾ P&L ਐਪਰੋਪ੍ਰੀਏਸ਼ਨ ਅਕਾਊਂਟ ਬਣ ਗਿਆ। ਉਸ ਤੋਂ ਬਾਅਦ ਰਹਿ ਗਿਆ ਤੁਹਾਡਾ ਪਾਰਟਨਰਸ ਦੀ ਕਰੰਟ ਅਕਾਊਂਟ। ਠੀਕ ਹੈ, ਪਾਰਟਨਰਸ ਦੇ ਕਰੰਟ ਅਕਾਊਂਟ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਬੈਲੈਂਸ ਦਿੱਤਾ ਹੀ ਹੋਏਗਾ ਆਪਾਂ ਨੂੰ, ਤੇ ਏ ਦਾ ਦਿੱਤਾ ਹੋਇਆ 2304, ਠੀਕ ਹੈ, 3728 ਬੀ ਦਾ ਹੈ, ਅਤੇ 1152 ਸੀ ਦਾ ਗਾ। ਠੀਕ ਹੈ, ਆਪਾਂ ਪਹਿਲਾਂ ਇੱਧਰ ਬੈਲੈਂਸ ਲਿਖ ਲਿਆ, ਓਪਨਿੰਗ ਬੈਲੈਂਸ। ਠੀਕ ਹੈ, ਇਹਦੇ ਵਿੱਚ ਆਪਾਂ ਕਰੰਟ ਅਕਾਊਂਟ ਦੇ ਵਿੱਚ ਇੱਕ ਡਰਾਇੰਗਸ ਮੈਂਸ਼ਨ ਕਰਦੇ ਹੁੰਦੇ ਹਾਂ ਤਿੰਨਾਂ ਦੀਆਂ, ਜਿੰਨੀ ਉਹਨਾਂ ਨੇ ਕਢਵਾਈਆਂ ਨੇ, ਅਤੇ ਉਹ ਜਿਹੜਾ ਇੰਟਰਸਟ ਹੈ ਉਹ ਲਿਖ ਦਾਂਗੇ। ਦੇਖੋ ਐਡਵਾਂਸਿਸ ਵਾਲਾ ਨਹੀਂ ਲਿਖਣਾ, ਸਿਰਫ ਜਿਹੜਾ ਤੁਸੀਂ ਇੱਧਰ ਇੰਟਰਸਟ ਕੱਢਿਆ ਨਾ ਡਰਾਇੰਗਸ ਦਾ 240 420 ਐਂਡ 60 ਸਿਰਫ ਉਹੀ ਇੱਥੇ ਮੈਂਸ਼ਨ ਕਰਨਾ ਗਾ। ਇੰਟਰਸਟ ਔਨ ਕੈਪੀਟਲ ਮੈਂਸ਼ਨ ਕਰਨਾ ਗਾ ਇੱਧਰ। ਠੀਕ ਹੈ, ਇੱਧਰ ਹੁਣ ਕੋਈ ਪ੍ਰੋਫਿਟ ਸ਼ੇਅਰ ਕੀਤਾ ਤਾਂ ਆਪਾਂ ਪ੍ਰੋਫਿਟ ਤਿੰਨਾਂ ਦਾ ਮੈਂਸ਼ਨ ਕਰ ਦਿੱਤਾ ਗਾ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਇਹਨਾਂ ਨੂੰ ਇੱਧਰ ਬੈਲੈਂਸ ਵੱਧ ਰਿਹਾ ਗਾ ਤਾਂ ਉਹਨੂੰ ਇਹਦੇ ਵਿੱਚ ਮਾਈਨਸ ਕਰਕੇ ਜਿਹੜਾ ਬੈਲੈਂਸ ਨਿਕਲੂਗਾ ਟੂ ਬੈਲੈਂਸ CD। ਠੀਕ ਹੈ, ਇਹ ਤਿੰਨਾਂ ਪਾਰਟਨਰਸ ਦਾ ਬੈਲੈਂਸ ਜਿਹੜਾ ਕਰੰਟ ਬੈਲੈਂਸ ਨਿਕਲ ਆਏਗਾ। ਠੀਕ ਹੈ, ਇਸ ਤਰੀਕੇ ਨਾਲ ਜਿਹੜੇ ਸਮ ਨੇ ਉਹ ਆਪਾਂ ਕਰਨੇ ਆ। ਹੋਪਸ ਰਜੇ ਤੁਹਾਨੂੰ ਸਮਝ ਆ ਗਏ ਹੋਣਗੇ। ਠੀਕ ਹੈ ਜੀ, ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਪੁੱਛ ਲਿਓ। ਥੈਂਕ ਯੂ ਰਜੇ।